ਅਮਰੀਕਾ ਦਾ ਜਿਵੇਂ ਹੁਣ ਅਸੀਂ ਨੈਸ਼ਨਲ ਸਿਕਿਉਰਿਟੀ ਸਟ੍ਰੈਟਜੀ ਡਾਕੂਮੈਂਟ ਦੇਖਦੇ ਹਾਂ, ਇਹਨਾਂ ਨੇ ਬਿਲਕੁਲ ਜ਼ਾਹਰ ਕਰ ਦਿੱਤਾ ਕਿ ਭਾਈ ਇਹ ਕੰਪੀਟਿੰਗ ਵਿਦ ਚਾਈਨਾ ਐਂਡ ਕੰਸਟ੍ਰੇਨਿੰਗ ਰਸ਼ੀਆ, ਔਰ ਬਲੌਕਸ ਬਣਨਗੇ ਆਉਣ ਵਾਲੇ ਪੀਰੀਅਡ। Putin ने कहा gas taps can still be turned on for Russian supplies to European Union despite sharp political disagreements. European Union countries turn to Africa in bid to replace Russian gas. Indo-Pacific, the document says, as India is the world's largest democracy and a major defense partner of US, the two countries will work together bilaterally and multilaterally to support our shared vision of a free and open Indo-Pacific. ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਅਮਰੀਕਾ ਦੇ ਹਵਾਲੇ ਨਾਲ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਜਾਰੀ ਨੈਸ਼ਨਲ ਸਿਕਿਉਰਿਟੀ ਡਾਕੂਮੈਂਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਨ ਵਿਊਤਬੰਦੀ ਚੀਨ ਨਾਲ ਕੰਪੀਟੀਸ਼ਨ ਅਤੇ ਰੂਸ ਨੂੰ ਛੱਡਣ ਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਰੂਸ ਨੂੰ ਢੱਕਣ ਹੈ, ਕਿਉਂਕਿ ਅੰਗਰੇਜ਼ੀ ਦੇ ਦੋਵੇਂ ਲਫ਼ਜ਼ ਨੇ ਜਿਹੜੇ ਅੱਜ ਨੈਸ਼ਨਲ ਸਿਕਿਉਰਿਟੀ ਡਾਕੂਮੈਂਟ ਜੇਕ ਸਲੀਵਾਨ ਜਿਹੜੇ ਐਡਵਾਈਜ਼ਰ ਨੇ ਉਹਨਾਂ ਵੱਲੋਂ ਜਾਰੀ ਕੀਤਾ ਗਿਆ, ਤਾਂ ਉਹਨਾਂ ਦੇ ਐਗਜ਼ੈਕਟ ਲਫ਼ਜ਼ ਹੀ ਨੇ competing with China, constraining Russia are priorities of national security strategy. ਦੇਖੋ ਮੈਂ ਸਮਝਦਾ ਵੀ ਅਮਰੀਕਾ ਇਹਦੇ ਬਾਵਜੂਦ ਕਿ ਬਹੁਤ ਵਾਰ ਆਪਣੀ ਫੋਰਨ ਪਾਲਿਸੀ ਕਰਕੇ ਜਾਂ ਕਈ ਵਾਰ ਵਿਦਨ ਕੰਟਰੀ ਵੀ ਜਿਹੜੀ ਅਮਰੀਕਾ ਦੀ ਹਿਸਟਰੀ ਹੈ ਉਹ ਸਬਜੈਕਟ ਟੂ ਕ੍ਰਿਟਿਸਿਜ਼ਮ ਹੁੰਦਾ ਹੈ। ਪਿਛਲੇ ਲੌਂਗ ਵੀਕਐਂਡ ਅਸੀਂ ਦੇਖਿਆ ਕਿ ਜਿਸ ਦਿਨ ਨੂੰ ਕਦੇ ਮੰਡੇ ਦਾ ਦਿਨ ਜਿਹੜਾ ਬੀਤਿਆ ਕੋਲੰਬਸ ਡੇ ਕਿਹਾ ਜਾਂਦਾ ਸੀ, ਹੁਣ ਉਸ ਨੂੰ ਜਿਹੜਾ ਇੰਡੀਜੀਨਸ ਡੇ ਦੇ ਤੌਰ ਦੇ ਉੱਤੇ ਬਦਲ ਦਿੱਤਾ ਗਿਆ ਸਕੂਲਾਂ ਦੇ ਸਿਲੇਬਸ 'ਚ ਵੀ, ਕਿਉਂਕਿ ਇਹ ਵੀ ਅਮਰੀਕਨਾਂ ਨੇ ਰੀਅਲਾਈਜ਼ ਕੀਤਾ ਕਿ ਵੀ ਇਹ ਜਿਹੜਾ ਜ਼ਿਆਦਤੀ ਹੈ, ਕਿਉਂਕਿ ਕੋਲੰਬਸ ਨੇ ਬੇਸ਼ੱਕ ਇਹਨੂੰ ਲੱਭਿਆ ਪਰ ਜਿਹੜਾ ਉਸ ਤੋਂ ਬਾਅਦ ਜੋ ਵਰਤਾਰਾ ਇੱਥੋਂ ਦੀ ਧਰਤੀ ਦੇ ਨੇਟਿਵਸ ਦੇ ਨਾਲ ਹੋਇਆ, ਜਿਨ੍ਹਾਂ ਨੂੰ ਰੈਡ ਇੰਡੀਅਨਸ ਇਨੀਸ਼ੀਅਲੀ ਕਿਹਾ ਜਾਂਦਾ ਸੀ, ਔਰ ਇਹ ਨੇਟਿਵ ਇੰਡੀਜਨਸ ਡੇ ਦੇ ਤੌਰ 'ਤੇ ਉਹਨਾਂ ਦਾ ਦਿਨ ਹੈ, ਨਾ ਕਿ ਕੋਲੰਬਸ। ਔਰ ਇਹ ਸਾਰਾ ਪੂਰਾ ਫਾਰਮੈਟ ਹੀ ਉਹਦਾ ਜਿਹੜਾ ਉਹਨਾਂ ਨੇ ਬਦਲ ਕੇ ਰੱਖ ਦਿੱਤਾ। ਸੋ ਇਸੇ ਤਰ੍ਹਾਂ ਬੇਸ਼ੱਕ ਅਮਰੀਕਾ ਦੀਆਂ ਇੰਸਟੀਟਿਊਸ਼ਨਸ ਦੇ ਵਿੱਚ ਵੀ ਬਹੁਤ ਕੁਛ ਜਿਹੜਾ ਹੈ ਉਹ ਬਿਹਾਈਂਡ ਦਾ ਕਰਟਨਸ ਹੁੰਦਾ ਹੈ, ਖਾਸ ਤੌਰ 'ਤੇ ਜਦੋਂ ਕੋਈ ਨਵੀਆਂ ਕਾਢਾਂ ਕੱਢਦੇ ਨੇ ਜਾਂ ਨਵੀਂ ਚੀਜ਼, ਜਾਂ ਬਹੁਤ ਵਾਰ ਜਿਹੜੇ ਨਵੇਂ ਹਥਿਆਰ ਮਾਰਕੀਟ 'ਚ ਆਉਂਦੇ ਨੇ ਉਹ ਬਹੁਤ ਵਾਰੀ ਹੁੰਦੇ ਨੇ ਜਿਹੜੇ ਆਲਰੇਡੀ ਇੱਕ ਨਹੀਂ 3 ਸਟੈਪ ਉਹ ਪਿੱਛੇ ਦੇ ਹੁੰਦੇ ਨੇ, ਉਹਨਾਂ ਨੇ 3 ਸਟੈਪ ਅੱਗੇ ਦੇ ਡਿਵੈਲਪ ਕਰ ਲਏ ਹੁੰਦੇ ਨੇ ਅਤੇ ਬਾਕੀਆਂ ਨੂੰ, ਤਾਂ ਕਿ ਜਦੋਂ ਵੀ ਫਿਊਚਰ ਦੇ ਵਿੱਚ ਕਨਫਲਿਕਟ ਹੋਏ ਅਤੇ ਅਮਰੀਕਾ ਦਾ ਅਪਰ ਹੈਂਡ ਹੋਏ। ਇਸੇ ਤਰ੍ਹਾਂ ਉਹਨਾਂ ਦੀ ਜਿਹੜੀ ਸਟ੍ਰੈਟਜੀ ਹੈ, ਲੇਕਿਨ ਇੱਕ ਓਪਨ ਡੈਮੋਕ੍ਰੇਸੀ ਹੋਣ ਦੇ ਨਾਤੇ ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ। ਔਰ ਇਸ ਵਾਰ ਜਦੋਂ ਮੈਂ ਵਰਜੀਨੀਆ ਸੀ, ਡਾਕਟਰ ਮਾਨ ਨੇ ਉੱਥੇ ਕਾਫੀ ਸੁਲਝੇ ਹੋਏ ਸੱਜਣ, ਅਤੇ ਉਹਨਾਂ ਨੇ ਬਾਹਰ ਦੀਵਾਨ ਤੋਂ ਬਾਅਦ ਉਹਨਾਂ ਨੇ ਜਾ ਕੇ ਐਪਰੀਸ਼ੀਏਟ ਕੀਤਾ ਮੇਰੀ ਪ੍ਰੈਜੈਂਟੇਸ਼ਨ ਨੂੰ, ਔਰ ਉਹ ਖੁਦ ਬੜੇ ਡਾਈ ਹਾਰਡ ਰਿਪਬਲਿਕਨ ਨੇ। ਔਰ ਉਹਨਾਂ ਨੇ ਇੱਕ ਬੜਾ ਫਾਈਨਰ ਨੁਕਤਾ ਅਮਰੀਕਨ ਸਿਸਟਮ ਦਾ ਸਮਝਾਉਂਦਿਆਂ ਕਿਹਾ ਕਿ ਵੀ ਜਿਹੜਾ ਅਮਰੀਕਾ ਹੈ, ਜਦੋਂ ਤੁਸੀਂ ਉਹਨਾਂ ਦੀ ਡੈਕਲੇਰੇਸ਼ਨ ਜਾਂ ਈਵਨ ਕਾਨਸਟੀਟਿਊਸ਼ਨ ਵੀ ਦੇਖਦੇ ਹੋ, ਅਤੇ ਵੀ ਦਾ ਪੀਪਲ ਇਹ ਲਫ਼ਜ਼ ਹੈ, ਪਾਵਰ ਪੀਪਲ ਕੋਲ ਹੈ। ਜਿਹੜੇ ਸਿਟੀਜ਼ਨਸ ਨੂੰ ਰਾਈਟ ਨੇ ਉਹ ਪ੍ਰਿਵਿਲੇਜਸ ਨੇ ਉਹਨਾਂ ਦੇ, ਜੇ ਹੈਂਡੀਕੈਪਸ ਨੂੰ ਕੋਈ ਰਾਈਟ ਦਿੱਤਾ ਹੈ, ਕੋਈ ਡਿਵੈਲਪਮੈਂਟਲੀ ਡਿਸੇਬਲਡ ਨੂੰ ਦਿੱਤਾ ਹੈ, ਕੋਈ ਹੋਰ ਉਹ ਪ੍ਰਿਵਿਲੇਜ ਨੇ, ਲੇਕਿਨ ਪ੍ਰਿਵਿਲੇਜ ਸਿਟੀਜ਼ਨ ਨੂੰ ਦੇਣ ਦਾ ਜਿਹੜੀ ਅਸਲੀ ਪਾਵਰ ਲਾਈ ਕਰਦੀ ਹੈ ਵੀ ਦਾ ਪੀਪਲ। ਸੋ ਇਹ ਇੱਕ ਬੜਾ ਫਾਈਨ ਨੁਕਤਾ ਸੀ। ਔਰ ਮੈਂ ਇਹ ਸਮਝਦਾ ਕਿ ਵੀ ਇਹ ਜਦੋਂ ਇਹ ਵੀ ਹੁੰਦਾ ਹੈ ਕਿ ਜੀ ਐਨੂਅਲ ਇੱਕ ਡਾਕੂਮੈਂਟ, ਨੈਸ਼ਨਲ ਸਿਕਿਉਰਿਟੀ ਡਾਕੂਮੈਂਟ ਅਮਰੀਕਾ ਜਾਰੀ ਕਰੇਗਾ ਆਪਣੇ ਲੋਕਾਂ ਦੇ ਲਈ, ਵੀ ਦਾ ਪੀਪਲ ਲਈ, ਕਿ ਉਹਨਾਂ ਦਾ ਮਨਸ਼ਾ ਕੀ ਹੈ, ਉਹ ਕੀ ਕਰਨ ਜਾ ਰਹੇ ਨੇ। ਔਰ ਇਹ ਉਹਨਾਂ ਦੀ ਬਿਲਕੁਲ ਇਮਾਨਦਾਰ 2 ਲਾਈਨਰ ਹੀ, ਹਾਲਾਂਕਿ ਡੀਟੇਲ ਹੈ ਵੀ ਇਸ ਆਉਣ ਵਾਲੇ ਪੀਰੀਅਡ 'ਚ ਅਸੀਂ ਕੀ ਕਰਾਂਗੇ ਅਤੇ ਪਿੱਛੇ ਕੀ ਕੀਤਾ ਪਿਛਲੇ ਸਾਲ, ਪਰ ਉਹਨਾਂ ਨੇ ਕਿਹਾ ਕੰਪੀਟਿੰਗ ਵਿਦ ਚਾਈਨਾ। ਔਰ ਇਹ ਗੱਲ ਅਸੀਂ ਇਹਨਾਂ ਨੇ ਤਾਂ ਚਲੋ ਬਲੈਕ ਐਂਡ ਵਾਈਟ 'ਚ ਹੁਣ ਲਿਆਂਦੀ ਹੈ, ਪਹਿਲਾਂ ਵੀ ਲਿਆਂਦੀ ਹੋਏਗੀ ਨੈਸ਼ਨਲ ਸਿਕਿਉਰਿਟੀ ਡਾਕੂਮੈਂਟਸ ਜਾਂ ਆਪਣੀਆਂ ਪਾਲਿਸੀ ਸਟੇਟਮੈਂਟਸ, ਪਰ ਅਸੀਂ ਦੇਖਦੇ ਹਾਂ ਕਿ ਜਿਹੜਾ ਸਾਰੀ ਪਾਲਿਸੀ ਅਮਰੀਕਾ ਨੇ ਆਪਣੀ ਰੀਵਿਜ਼ਿਟ ਕੀਤੀ ਹੈ, ਉਹ ਤਾਈਵਾਨ ਦੇ ਹਵਾਲੇ ਨਾਲ ਹੋਏ, ਉਹ ਤਿੱਬਤ ਦੇ ਹਵਾਲੇ ਨਾਲ ਹੋਏ,
ਉਹ ਇੰਡੋ ਪੈਸੀਫਿਕ ਦੇ ਹਵਾਲੇ ਨਾਲ ਇੰਡੀਆ ਦੀ ਪਿੱਠ ਥਾਪੜ ਨਹੀਂ ਹੋਏ। ਇਹ ਸਾਰੀ ਇਸ ਚੋਂ ਹੀ ਨਿਕਲੀ ਕੰਪੀਟਿੰਗ ਵਿਦ ਚਾਈਨਾ, ਕਿਉਂਕਿ ਚਾਈਨਾ ਜਦੋਂ ਤੱਕ $15 ਟ੍ਰਿਲੀਅਨ ਦੀ ਇਕਨੋਮੀ ਤੇ ਪਹੁੰਚਿਆ ਹੈ, ਅਮਰੀਕਾ ਦੇ ਨਾਲ ਵੀ ਉਹਨਾਂ ਦਾ ਟ੍ਰੇਡ ਸਰਪਲਸ ਆਲਮੋਸਟ $600 ਬਿਲੀਅਨ ਦਾ ਸੀ। ਔਰ ਦੂਸਰਾ ਇਹ ਸਾਰੇ 'ਚੋਂ ਹੁਣ ਕਿਉਂਕਿ ਇਸ ਸਾਰੇ 'ਚ ਹੁਣ ਸੈਕੰਡ ਉਹਨਾਂ ਨੇ ਜਿਹੜੀ ਆਪਣਾ ਸਟ੍ਰੈਟੇਜਿਕ ਡਾਕੂਮੈਂਟ ਦੇ ਵਿੱਚ ਕਿਹਾ, ਔਰ ਇਹ ਜਿਹੜਾ ਕੰਸਟ੍ਰੇਨਿੰਗ ਰਸ਼ੀਆ, ਹੁਣ ਰਸ਼ੀਆ ਦਾ ਵੱਧ ਰਿਹਾ ਇਨਫਲੂਐਂਸ, ਔਰ ਕਿਉਂਕਿ ਇਹਨੂੰ ਵੀ ਤੁਸੀਂ ਕੰਪੀਟਿੰਗ ਵਿਦ ਚਾਈਨਾ ਦੇ ਹਵਾਲੇ ਨਾਲ ਹੀ ਦੇਖ ਸਕਦੇ ਹੋ, ਕਿਉਂਕਿ ਰਸ਼ੀਆ ਚਾਈਨਾ ਦੇ ਬਹੁਤ ਨੇੜੇ ਚਲਾ ਗਿਆ। ਔਰ ਜੇ ਯੂਰਪ ਦੇ ਵਿੱਚ ਰਸ਼ੀਆ ਦਾ ਮਿਲਟਰੀ ਮਾਈਟ ਪਲੱਸ ਉਹਦਾ ਆਇਲ, ਉਹਦੇ ਕੋਲ ਐਨਰਜੀ ਔਰ ਉਹਦੀ ਜਿਹੜੀ ਹੈ ਫਾਈਟਿੰਗ ਫੋਰਸ, ਔਰ ਚਾਈਨਾ ਦੀ ਇਕੋਨਮੀ ਐਂਡ ਉਹਨਾਂ ਦੀ ਮਿਲਟਰੀ ਐਂਡ ਆਲ, ਇਹ ਟੁਗੈਦਰ ਆ ਕੇ ਦੁਨੀਆ ਦੇ ਵਿੱਚ ਜਿਹੜਾ ਉਹ ਆਪਣਾ ਫੈਲਾ ਵਨ ਬੈਲਟ ਵਨ ਰੋਡ ਦਾ ਇਨੀਸ਼ੀਏਟਿਵ ਅੱਗੇ ਤੁਰਦਾ। ਤੇ ਇਹ ਜ਼ਾਹਰ ਹੈ ਕਿ ਅਮਰੀਕਾ ਜਿਹੜਾ ਹੈ ਉਹ ਕਿਤੇ ਨਾ ਕਿਤੇ ਲੂਜ਼ਿੰਗ ਸਾਈਡ ਵੱਲ ਜਾਂਦਾ, ਔਰ ਉਹਦੇ 'ਚ ਉਹਨਾਂ ਨੇ ਆਪਣੇ ਇਸ ਡਾਕੂਮੈਂਟ ਦੇ ਵਿੱਚ ਇਸ ਗੱਲ ਨੂੰ ਬੜਾ ਕਲੀਅਰ ਕੀਤਾ। ਔਰ ਇਸ ਤੋਂ ਪਹਿਲਾਂ ਕਿ ਮੈਂ ਇਸ ਨਾਲ ਰਿਲੇਟਡ ਜਿਹੜਾ ਇੰਡੀਅਨ ਐਂਗਲ ਹੈ ਕਿ ਇੰਡੀਆ ਨੂੰ ਉਹਨੇ ਕਿਵੇਂ ਕੁਆਡ ਦੇ ਹਵਾਲੇ ਨਾਲ ਉਸ ਦਾ ਜ਼ਿਕਰ ਕੀਤਾ, ਇਹ ਦੱਸਦਾ ਹੀ ਹੈ ਕਿ ਭਾਈ ਹੁਣ ਕਿਉਂਕਿ ਵਿੰਟਰ ਆਉਣ ਵਾਲੀ ਹੈ, ਅਕਤੂਬਰ ਮਿਡ ਆ ਗਿਆ, ਯੂਰਪ ਦੇ ਵਿੱਚ ਜਿਹੜੀ ਬਹੁਤ ਵੱਡੀ ਸਪਲਾਈ ਲਾਈਨ ਹੈ ਉਹਨਾਂ ਦੀ ਆਇਲ ਦੀ ਔਰ ਗੈਸ ਦੀ, ਉਹ ਰਸ਼ੀਆ ਦੀ ਹੈ। ਔਰ G7 ਨੇ ਸੈਂਕਸ਼ਨਸ ਲਾ ਦਿੱਤੀਆਂ, ਦੂਜਾ ਕਰ ਦਿੱਤਾ ਹੈ, ਪਰ ਪੁਤਿਨ ਵੀ ਆਪਣੇ ਕਾਰਡ ਜਿਹੜਾ ਉਹ ਇੱਕ ਤੋਂ ਬਾਅਦ ਇੱਕ ਸਾਹਮਣੇ ਰੱਖ ਰਿਹਾ। ਪੁਤਿਨ ਨੇ ਕਿਹਾ ਗੈਸ ਟੈਪਸ ਕੈਨ ਸਟਿਲ ਬੀ ਟਰਨਡ ਔਨ ਟੂ ਯੂਰਪੀਅਨ ਯੂਨੀਅਨ ਸੇਜ਼ ਵਲੈਡੀਮੀਰ ਪੁਟਿਨ। ਉਹਨੇ ਇਹ ਕਿਹਾ ਕਿ ਵੀ ਗੈਸ ਟੈਪਸ ਕੈਨ ਬੀ ਸਟਿਲ ਟਰਨਡ ਔਨ for Russian supplies to European Union despite sharp political disagreements। ਉਹਨਾਂ ਨੂੰ ਪਤਾ ਹੈ ਕਿ ਵੀ ਲੋੜ ਹੈ, ਔਰ ਕੈਪ ਲਾ ਦਿੱਤਾ ਹੈ G7 ਨੇ। ਉਹਨੇ ਕਿਹਾ ਜੀ ਕੋਈ ਗੱਲ ਨਹੀਂ ਹੈ ਤੁਸੀਂ, ਸੋ ਮਤਲਬ ਉਹ ਕਿਤੇ ਨਾ ਕਿਤੇ ਗਰਾਊਂਡ ਤਿਆਰ ਕਰ ਰਿਹਾ ਕਿ ਜਿਹੜਾ ਅਮਰੀਕਨ ਪ੍ਰੈਸ਼ਰ ਦੇ ਥੱਲੇ ਜਿਹੜੀਆਂ ਇਕਨੋਮਿਕਲ ਸੈਂਕਸ਼ਨਸ ਨੇ, ਔਰ ਜਿਹੜੀਆਂ ਖਾਸ ਤੌਰ 'ਤੇ ਜਿਵੇਂ ਜ਼ੈਲੈਂਸਕੀ ਨੇ ਹੁਣ ਡਿਮਾਂਡ ਕੀਤਾ ਕਿ ਜੋ ਕੁਛ ਰਸ਼ੀਆ ਨੇ ਇਸ ਹਫ਼ਤੇ 'ਚ ਕੀਤਾ ਹੈ ਕੀਵ ਔਰ ਉਹਦੇ ਸਿਵਿਲੀਅਨ ਸਿਟੀਜ਼ ਦੇ ਉੱਤੇ ਮਿਜ਼ਾਈਲਸ ਮਾਰੀਆਂ, ਕਿ ਉਹਨਾਂ ਨੂੰ ਹੋਰ ਟਾਈਟ ਕਰੋ। ਤੇ ਜੇ ਰਸ਼ੀਅਨ ਜਿਹੜੀ ਹੈ ਉਹ ਗੈਸ ਚਾਹੀਦੀ ਹੈ ਤੇ ਉਹ ਫਿਰ ਨਾ ਤਾਂ ਅੱਗੋਂ ਟਾਈਟ ਹੋਣਗੀਆਂ ਜਿਹੜੀਆਂ ਲੱਗੀਆਂ ਹੋਈਆਂ, ਉਹਨਾਂ ਨੂੰ ਵੀ ਡਿਲਿਊਟ ਕਰਨਾ ਪਏਗਾ। ਔਰ ਇਸੇ ਨੂੰ ਦੇਖਦੇ ਹਾਂ ਕਿ ਵੀ ਇਹ ਰਸ਼ੀਅਨ ਟਰੈਪ 'ਚ ਨਾ ਫਸਿਆ ਜਾਏ। ਅਸੀਂ ਦੂਸਰੀ ਖਬਰ ਦੇਖਦੇ ਹਾਂ, ਯੂਰਪੀਅਨ ਯੂਨੀਅਨ ਕੰਟਰੀਜ਼ ਟਰਨ ਟੂ ਅਫਰੀਕਾ ਇਨ ਬਿਡ ਟੂ ਰਿਪਲੇਸ ਰਸ਼ੀਅਨ ਗੈਸ। ਐਸੋਸੀਏਟਿਡ ਪ੍ਰੈਸ ਦੀ ਖਬਰ ਹੈ ਕਿ ਭਾਈ ਇਹ ਜਿਹੜੇ ਨੇ ਅਫਰੀਕਾ ਦੇ ਨੈਚੁਰਲ ਗੈਸ ਰਿਜ਼ਰਵਸ ਨੇ ਬੜੇ ਵਾਸਟ ਨੇ। ਨਾਰਥ ਅਫਰੀਕਨ ਕੰਟਰੀਜ਼, ਅਲਜੀਰੀਆ, ਉਹਨਾਂ ਦੀਆਂ ਪਾਈਪਲਾਈਨਸ ਆਲਰੇਡੀ ਯੂਰਪ ਨਾਲ ਲਿੰਕ ਕਰਦੀਆਂ ਨੇ, ਪਰ ਇਹ ਲੈਕ ਹੈ ਇਨਫਰਾਸਟਰਕਚਰ ਦਾ ਤੇ ਸਿਕਿਉਰਿਟੀ ਚੈਲੰਜਸ ਨੇ। ਪਰ ਹੋ ਸਕਦਾ ਹੈ ਜਦੋਂ ਤੱਕ ਅਮਰੀਕਨ ਜਿਹੜੀ ਹੈ ਉਹ ਆਪਣਾ ਕੀ ਇਹਨਾਂ ਦੀ ਪਲਾਨ ਹੈ, ਲੇਕਿਨ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਜੇ ਅਸੀਂ ਕੁਇਕਲੀ ਇੱਧਰ ਜਿਨ੍ਹਾਂ ਦੀਆਂ ਕੋਲ ਪਾਈਪਲਾਈਨਸ ਨੇ ਨਾਰਥ ਅਫਰੀਕਾ 'ਚ ਅਸੀਂ ਇਨਫਰਾਸਟਰਕਚਰ ਡਿਵੈਲਪ ਕਰੀਏ ਤਾਂ ਰਸ਼ੀਅਨ ਗੈਸ ਦੇ ਉੱਤੇ ਜਿਹੜੀ ਸਾਡੀ ਰਿਲਾਇੰਸ ਹੈ ਉਹ ਘਟ ਜਾਏਗੀ। ਔਰ ਇਸ ਸਾਰੇ ਦੇ ਚੱਲਦਿਆਂ ਅਗੇਨ ਬੈਕ ਟੂ ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਸਟ੍ਰੈਟਜੀ ਡਾਕੂਮੈਂਟ, ਉਹਦੇ 'ਚ ਉਹਨਾਂ ਨੇ ਬੜਾ ਕਲੀਅਰਲੀ ਇੰਡੀਆ ਦੇ ਬਾਰੇ ਉਹਨਾਂ ਨੇ ਕਿਹਾ ਕਿ ਵੀ ਹੁਣ ਦਾ ਇੰਡੋ ਪੈਸੀਫਿਕ ਦਾ ਡਾਕੂਮੈਂਟ ਸੇਜ਼ as India is the world's largest democracy and a major defense partner of US, the two countries will work together bilaterally and multilaterally to support our shared vision of a free and open Indo-Pacific। ਉਹਨਾਂ ਨੇ ਕਿਹਾ ਜੀ ਅਸੀਂ ਡੈਮੋਕ੍ਰੇਸੀ ਹੈ ਲਾਰਜੈਸਟ, ਉਹਨਾਂ ਨਾਲ ਬਾਈਲੈਟਰਲੀ ਵੀ ਐਂਡ ਮਲਟੀਲੈਟਰਲੀ ਵੀ ਅਸੀਂ ਇਹਨਾਂ ਦੇ ਨਾਲ ਕੰਮ ਕਰਾਂਗੇ। ਔਰ ਮਕਸਦ ਕੀ ਹੈ ਕਿ ਵੀ ਇੰਡੋ ਪੈਸੀਫਿਕ ਨੂੰ ਓਪਨ ਰੱਖਿਆ ਜਾਏ। ਹੁਣ ਇਸ ਸਾਰੇ ਦੇ ਚਲਦਿਆਂ ਜੇ ਅਸੀਂ ਜੈ ਸ਼ੰਕਰ ਦੀ ਜਿਹੜੀ ਸਟੇਟਮੈਂਟ ਇਸ ਦੇ ਉੱਤੇ ਪਿਛਲੇ ਦਿਨਾਂ 'ਚ ਆਉਂਦੀ ਹੈ, ਜੈ ਸ਼ੰਕਰ ਇੰਡੀਕੇਟਸ ਡਿਫਰੈਂਸ ਇਨ ਪਾਰਟਨਰਸ਼ਿਪ ਵਿਦ ਰਸ਼ੀਆ ਕੁਆਡ, ਕਿ ਭਾਈ ਇਹ ਮਤਭੇਦ ਕੀ ਨੇ, ਕਿਉਂਕਿ ਕੁਆਡ ਦਾ ਹਿੱਸਾ ਹੋਣ ਦੇ ਨਾਤੇ ਜਿਹਨੂੰ ਰਸ਼ੀਆ ਨੇ ਕਿਹਾ ਸੀ ਇਹ ਤਾਂ ਏਸ਼ੀਆ ਦੀ ਨੈਟੋ ਹੈ, ਹੁਣ ਇੰਡੀਆ ਬੈਲੈਂਸ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਵੀ ਅਸੀਂ ਰਸ਼ੀਅਨ ਗ੍ਰੇਸ 'ਚੋਂ ਵੀ ਨਾ ਡਿੱਗੀਏ ਤੇ ਅਮਰੀਕਨਾਂ ਦੇ ਥੱਪੜ ਵੀ ਨਾ ਖਾਈਏ ਦੋਨੋਂ ਪਾਸਿਓਂ। ਪਰ ਜਿਵੇਂ ਅਸੀਂ ਕੱਲ੍ਹ ਡੀਟੇਲ 'ਚ ਗੱਲ ਕੀਤੀ ਸੀ ਕਿ ਉਹਨਾਂ ਦੀ ਇਹ ਪਾਲਿਸੀ ਬੜੀ ਬੁਰੀ ਤਰ੍ਹਾਂ ਕਲੈਪਸ ਹੋ ਰਹੀ ਹੈ।
ਇਸੇ ਤਰ੍ਹਾਂ ਕੁਆਡ ਦੇ ਹਵਾਲੇ ਨਾਲ ਹੈ। ਬੇਸ਼ੱਕ ਕੁਆਡ ਦਾ ਜ਼ਿਕਰ ਇਹ ਨੈਸ਼ਨਲ ਸਟ੍ਰੈਟਜੀ ਡਾਕੂਮੈਂਟਸ ਵੀ ਉਹਨਾਂ ਨੇ ਕੀਤਾ ਹੈ, ਲੇਕਿਨ ਆਪ ਹੀ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਜਿਹੜਾ ਕਿਉਂਕਿ ਕੁਆਡ ਦੇ ਨਾਲ ਉਹਨਾਂ ਨੇ ਇਮੀਡੀਏਟਲੀ ਕੁਛ ਅਰਸੇ ਬਾਅਦ ਦੂਸਰੀ ਬਾਡੀ ਔਕਸ ਜਿਹੜੀ ਆ ਉਹ ਕ੍ਰੀਏਟ ਕੀਤੀ, ਜਿਹਦੇ 'ਚ ਆਸਟ੍ਰੇਲੀਆ, ਯੂਕੇ ਔਰ ਅਮਰੀਕਾ ਸੀ, ਜਿਹੜਾ ਡਿਫੈਂਸ ਡੇਟਾ ਔਰ ਲੌਜਿਸਟਿਕ ਸ਼ੇਅਰ ਕਰਨੀਆਂ ਨੇ ਉਹਦੇ 'ਚ ਇੰਡੀਆ ਨਹੀਂ ਹੈ। ਸੋ ਜ਼ਾਹਰ ਹੈ ਕਿ ਇਹ ਉਹਨਾਂ ਦੀ ਇਸ ਨੀਤੀ ਤੋਂ ਬਾਹਰੀ ਗੱਲ ਸੀ। ਔਰ ਇਹ ਜਿਹੜਾ ਯੂਕਰੇਨ ਦੇ ਹਵਾਲੇ ਨਾਲ ਇਸ ਡਾਕੂਮੈਂਟ 'ਚ ਬੜੀ ਕਾਮਯਾਬੀ ਦਿਖਾਈ ਗਈ ਹੈ ਕਿ ਅਸੀਂ ਰਸ਼ੀਆ ਨੂੰ ਜਿਹੜਾ ਕੰਸਟੇਨ ਕਰਨ 'ਚ ਕਾਮਯਾਬ ਹੋਏ ਹੈ। ਈਵਨ ਫਿਨਲੈਂਡ ਔਰ ਸਵੀਡਨ ਵਰਗੇ ਮੁਲਕ ਜਿਹੜੇ ਪਹਿਲਾਂ ਜਿਹੜੇ ਨੇ ਉਹ ਨੈਟੋ ਦਾ ਹਿੱਸਾ ਨਹੀਂ ਸੀ, ਉਹਨਾਂ ਨੇ ਵੀ ਅਰਜੀ ਪਾਈ ਹੈ ਕਿ ਅਸੀਂ ਨੈਟੋ ਦੇ ਨਾਲ ਜਾਣਾ ਚਾਹੁੰਦੇ। ਹੁਣ ਇੱਕ ਪਾਸੇ ਇੰਡੋ ਪੈਸੀਫਿਕ ਦੀ ਸਕਸੈਸ ਕੁਆਡ ਦੀ ਕਰਨ ਤੋਂ ਬਾਅਦ ਇਸ ਡਾਕੂਮੈਂਟ 'ਚ ਉਹਨਾਂ ਨੇ ਮੰਨਿਆ ਕਿ ਭਾਈ ਇਹ ਜਿਹੜੀ ਅਸੀਂ ਇੱਕ ਕੋਵਿਡ-19 ਦੇ ਚੱਲਦੇ ਹਾਂ ਇੰਡੋ ਪੈਸੀਫਿਕ ਦੇ ਉੱਤੇ ਜਿਹੜੀ ਹੈ ਇੱਕ ਮੀਟਿੰਗ ਪਿਛਲੇ ਪੀਰੀਅਡ 'ਚ ਹੋਈ ਸੀ, while the Quad at the ministerial level in New York last month, पिछले महीने, produced a plan to counter ransomware, a plan to roll out at least 1 billion COVID-19 vaccine doses across Indo-Pacific by the end of this year, has not met its targets. ਇਹ ਇੰਡੀਆ ਦੀ ਵੀ ਫੂਕ ਕੱਢਤੀ ਕਿਉਂਕਿ ਇਹੀ ਪ੍ਰੋਡਿਊਸ ਕਰਨ ਵਾਲੇ ਨੇ ਜਿਹੜਾ ਸੀਰਮ ਇਹਨਾਂ ਦੇ ਕੋਲ ਹੈ। ਬਾਕੀ ਤਾਂ ਕੀ ਇਹਨਾਂ ਨੇ ਚੀਨ ਦੇ ਖਿਲਾਫ ਜਾਂ ਇੰਡੀਆ ਨੇ ਕੀ ਭੁਗਤਣਾ, ਉਹਨਾਂ ਨੇ ਕਿਹਾ ਜੀ ਜਿਹੜਾ ਇਸ ਜਿਹੜੀ ਲਾਸਟ ਮੀਟਿੰਗ ਨਿਊਯਾਰਕ 'ਚ ਹੋਈ, ਜਿਹੜਾ ਟਾਰਗੇਟ ਮਿੱਥਿਆ ਗਿਆ ਸੀ ਕਿ ਕੋਵਿਡ-19 ਦੇ 1 ਬਿਲੀਅਨ ਡੋਜ਼ ਜਿਹੜੇ ਨੇ ਉਹ ਜਿਹੜੇ ਨੇ ਪ੍ਰੋਡਿਊਸ ਕੀਤੇ ਜਾਣਗੇ, ਉਹਦੇ 'ਚ ਮੁਕੰਮਲ ਤੌਰ 'ਤੇ ਫੇਲ ਹੋਏ। ਸੋ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਮੈਂ ਜਿੱਥੇ ਆਪਣੇ ਇਸ਼ੂਜ਼ ਜਿਹੜੇ ਪੰਜਾਬ ਨਾਲ, ਸਿੱਖ ਕੌਮ ਨਾਲ ਜਾਂ ਸਾਊਥ ਏਸ਼ੀਆ ਦੇ ਜਿਹਦੇ 'ਚ ਪਾਕਿਸਤਾਨ, ਸ੍ਰੀਲੰਕਾ, ਨੇਪਾਲ ਇਹ ਸਾਰੇ ਆ ਜਾਂਦੇ, ਅਫਗਾਨਿਸਤਾਨ, ਉੱਥੇ ਅਸੀਂ ਇੰਟਰਨੈਸ਼ਨਲੀ ਵੀ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਅਲਟੀਮੇਟਲੀ ਕਿਸੇ ਵੀ ਖਿੱਤੇ 'ਚ ਜਿਹੜੀਆਂ ਡਿਵੈਲਪਮੈਂਟਸ ਨੇ ਉਹ ਡਿਪੈਂਡ ਕਰਨਗੀਆਂ ਕਿ ਇਹ ਰੂਸ ਯੂਕਰੇਨ ਵਾਰ ਕੀ ਜਿਹੜੀ ਹੈ ਪਾਸਾ ਪਲਟਦੀ ਹੈ। ਅਮਰੀਕਾ ਦਾ ਜਿਵੇਂ ਹੁਣ ਅਸੀਂ ਨੈਸ਼ਨਲ ਸਿਕਿਉਰਿਟੀ ਸਟ੍ਰੈਟਜੀ ਡਾਕੂਮੈਂਟ ਦੇਖਦੇ ਹਾਂ, ਇਹਨਾਂ ਨੇ ਬਿਲਕੁਲ ਜ਼ਾਹਰ ਕਰ ਦਿੱਤਾ ਹੈ ਕਿ ਭਾਈ ਇਹ ਕੰਪੀਟਿੰਗ ਵਿਦ ਚਾਈਨਾ ਐਂਡ ਕੰਸਟ੍ਰੇਨਿੰਗ ਰਸ਼ੀਆ ਔਰ ਬਲੌਕਸ ਬਣਨਗੇ ਆਉਣ ਵਾਲੇ ਪੀਰੀਅਡ। ਸੋ ਇਹਦੇ 'ਚ ਫਿਰ ਸਾਨੂੰ ਦੇਖਣਾ ਪਏਗਾ ਵੀ ਅਸੀਂ ਕਿਵੇਂ ਆਪਣੇ ਇੰਟਰਸਟ ਨੂੰ, ਸਿੱਖ ਨੇਸ਼ਨ ਦੇ ਇੰਟਰਸਟ ਨੂੰ ਭਵਿੱਖ ਦੇ ਵਿੱਚ ਵੀ ਮਹਿਫੂਜ਼ ਕਰਨਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।